वाहिगुरु जी का खालसा वाहिगुरु जी की फतेह। हम मारेंगे तुमको ऐसे, साच काट है झूठे जैसे। एक ओंकार श्री वाहिगुरु जी की फतह है। श्री भगवती जी सहाय। चरत सिंह ने वार पढ़नी शुरू की। वार श्री भगवती जी की पातशाही 10ਵੀਂ। ਬਹੁਤੇ ਸਿੰਘ ਚੌਂਕੜੇ ਮਾਰ ਸਮਾਧੀਆਂ ਵਿੱਚ ਚਲੇ ਗਏ। ਕੁਝ ਸਤਲੁਜ ਵੱਲ ਤੱਕ ਰਹੇ ਸਨ ਤੇ ਕੁਝ ਸੁੱਖਾ ਸਿੰਘ ਦੇ ਦਰਿਆ ਦੀ ਚਾਲ ਵਾਲੇ ਘੋੜੇ ਵੱਲ। ਇੱਕ ਬਜ਼ੁਰਗ ਸਿੰਘ ਨੇ ਕਥਾ ਆਰੰਭ ਕੀਤੀ। ਸਾਹਿਬ ਮੇਰਾ ਏਕੋ ਹੈ ਭਾਈ, ਏਕੋ ਹੈ। ਇੱਕ ਹੈ ਸਾਡਾ ਸਰਬ ਉੱਚ ਪਰਮ ਪਿਤਾ, ਹਰ ਫਤਿਹ ਉਸੇ ਦੀ ਹੈ। ਸਰਬ ਉੱਚ ਦੇ ਸ਼ਕਤੀ ਸਰੂਪ ਭਗਵਤੀ ਜੀ ਸਾਡੀ ਸਹਾਈ ਹੋਵੋ। ਉਸੇ ਅਕਾਲ ਸ਼ਕਤੀ ਜੀ ਦੀ ਵਾਰ 10ਵੇਂ ਪਾਤਸ਼ਾਹ ਲਿਖ ਰਹੇ ਹਨ। ਸਭ ਤੋਂ ਪਹਿਲਾਂ ਉਸੇ ਪਰਮ ਸ਼ਕਤੀ ਨੂੰ ਸਿਮਰ ਕੇ ਅਸੀਂ ਗੁਰੂ ਨਾਨਕ ਸਾਹਿਬ ਨੂੰ ਧਿਆਉਂਦੇ ਹਾਂ। ਫਿਰ ਗੁਰੂ ਅੰਗਦ ਦੇਵ ਤੇ ਗੁਰੂ ਅਮਰਦਾਸ, ਗੁਰੂ ਰਾਮਦਾਸ ਜੀ ਨੂੰ ਸਿਮਰਦੇ ਹਾਂ। ਗੁਰੂ ਅਰਜਨ ਦੇਵ ਜੀ, ਗੁਰੂ ਹਰਗੋਬਿੰਦ ਸਾਹਿਬ ਜੀ ਤੋਂ ਪਿੱਛੋਂ ਗੁਰੂ ਹਰ ਰਾਏ ਜੀ ਦੀ ਆਰਾਧਨਾ ਕਰਦੇ ਹਾਂ। ਉਸ ਤੋਂ ਮਗਰੋਂ ਧਿਆਨ ਸ੍ਰੀ ਗੁਰੂ ਹਰਕ੍ਰਿਸ਼ਨ ਜੀ ਵਿੱਚ ਲਾਉਂਦੇ ਹਾਂ, ਜਿਨ੍ਹਾਂ ਨੂੰ ਇੱਕ ਵਾਰ ਤੱਕਿਆ ਸਭ ਤਰ੍ਹਾਂ ਦੇ ਦੁੱਖ ਹਰਨ ਹੋ ਜਾਂਦੇ ਹਨ। ਗੁਰੂ ਤੇਗ ਬਹਾਦਰ ਜੀ ਦੇ ਸਿਮਰਨ ਨਾਲ 9 ਨਿਧੀਆਂ ਦੀ ਪ੍ਰਾਪਤੀ ਹੋ ਜਾਂਦੀ ਹੈ। ਸਰਬ ਸ਼ਕਤੀਮਾਨ ਪਰਮ ਪਿਤਾ ਅਤੇ 9 ਸਤਿਗੁਰੂ ਸਾਹਿਬਾਨ ਅੱਗੇ ਜੋਦਰੀ ਹੈ ਕਿ ਸਾਡੇ ਸਹਾਈ ਹੋਵੋ। ਪਰਮ ਸ਼ਕਤੀ ਨੇ ਸਭ ਤੋਂ ਪਹਿਲਾਂ 2 ਧਾਰਾਂ ਵਾਲਾ ਸ਼ਸਤਰ ਖੰਡਾ ਪੈਦਾ ਕੀਤਾ, ਜਿਸ ਤੋਂ ਸਗਲ ਉਤਪਤੀ ਹੋਈ। ਬ੍ਰਹਮਾ ਵਿਸ਼ਨੂੰ ਮਹੇਸ਼ ਵੀ ਤੁਸੀਂ ਹੀ ਪੈਦਾ ਕਰਕੇ ਆਪੋ ਆਪਣੇ ਆਸਨਾਂ ਉੱਤੇ ਸਾਜੇ ਤੇ ਕੁਦਰਤ ਦਾ ਇੱਕ ਖੇਡ ਤਮਾਸ਼ਾ ਜਿਹਾ ਆਰੰਭ ਕੀਤਾ। ਕੋਈ ਪੈਦਾ ਕਰ ਰਿਹਾ ਹੈ, ਕੋਈ ਪਾਲ ਰਿਹਾ ਹੈ, ਕੋਈ ਸੰਘਾਰ ਕਰ ਰਿਹਾ ਹੈ। ਫਿਰ ਸਮੁੰਦਰ, ਪਹਾੜ ਤੇ ਧਰਤੀ ਬਣਾਈ, ਜਿਸ ਉੱਪਰ ਆਕਾਸ਼ ਟਿਕਾਇਆ, ਜੋ ਕਰਾਮਾਤੀ ਢੰਗ ਨਾਲ ਬਿਨਾਂ ਥੰਮਾਂ ਤੋਂ ਸਿਰਫ ਅਕਾਲ ਪੁਰਖ ਜੀ ਦੀ ਓਟ ਨਾਲ ਖੜਾ ਹੈ। ਫਿਰ ਇੱਕੋ ਪਿਤਾ ਤੋਂ ਦੇਵਤੇ ਤੇ ਦੈਂਤ ਪੈਦਾ ਕੀਤੇ ਤੇ ਉਹਨਾਂ ਭਰਾਵਾਂ ਵਿੱਚ ਕਦੇ ਨਾ ਮੁੱਕਣ ਵਾਲੇ ਝਗੜੇ ਦਾ ਆਰੰਭ ਕੀਤਾ। ਹੇ ਸਰਬ ਸ਼ਕਤੀਮਾਨ ਅਕਾਲ ਜੀਓ, ਤੁਸੀਂ ਹੀ ਦੈਤਾਂ ਦੇ ਸੰਘਾਰ ਲਈ ਦੁਰਗਾ ਦੀ ਸਾਜਨਾ ਕੀਤੀ। ਤੁਹਾਡੇ ਤੋਂ ਤਾਕਤ ਲੈ ਕੇ ਹੀ ਰਾਮਚੰਦਰ ਜੀ ਨੇ ਆਪਣੇ ਤੀਰਾਂ ਨਾਲ ਦਹਸਰੇ ਰਾਵਣ ਨੂੰ ਪਾਰ ਬੁਲਾਇਆ। ਤੁਸਾਂ ਹੀ ਕ੍ਰਿਸ਼ਨ ਜੀ ਨੂੰ ਬਲ ਬਖਸ਼ਿਆ ਜਦ ਉਹਨਾਂ ਕੰਸ ਨੂੰ ਕੇਸਾਂ ਤੋਂ ਫੜ ਕੇ ਜ਼ਮੀਨ ਤੇ ਪਟਕਾਇਆ ਸੀ। ਹੇ ਪਰਮ ਪਿਤਾ ਜੀਓ, ਤੁਹਾਡਾ ਅੰਤ ਪਾਉਣ ਲਈ ਜੁਗਾਂ ਜੁਗਾਂ ਤੱਕ ਵੱਡੇ ਵੱਡੇ ਮੁਨੀਆਂ ਤੇ ਦੇਵਤਿਆਂ ਨੇ ਸਾਧਨਾਵਾਂ ਕੀਤੀਆਂ, ਪਰ ਸਾਦੇ ਤੇ ਆਪਣੇ ਸਰੀਰ ਭੱਠ ਵਾਂਗ ਤਪਾਏ, ਪਰ ਤੁਹਾਡੀ ਬਾਹ ਕੌਣ ਪਾ ਸਕਦਾ ਹੈ। ਉਹ ਵੇਖੇ ਉਹਨਾਂ ਨਜ਼ਰ ਨਾ ਆਵੇ, ਬਹੁਤਾ ਇਹੋ ਵਿਡਾਣ ਕਿਸੇ ਨੇ ਵੀ ਤੁਹਾਡਾ ਅੰਤ ਨਹੀਂ ਪਾਇਆ। ਸੱਚ ਦੇ ਯੁੱਗ ਤੇ ਸਾਧੂ ਸੁਭਾਅ ਸਤਯੁਗ ਦਾ ਸਮਾਂ ਲੰਘ ਗਿਆ ਤੇ ਅੱਤ ਭਲੇ ਵਰਤਾਓ ਵਾਲੇ ਤ੍ਰੇਤੇ ਯੁੱਗ ਦਾ ਆਰੰਭ ਹੋਇਆ। ਨਾਰਦ ਦੀ ਤੀਵੀਂ ਕੱਲ ਸਭ ਦੇ ਸਿਰ ਚੜ੍ਹ ਕੇ ਨੱਚੀ ਤੇ ਕਲੇਸ਼ ਸਭ ਉੱਤੇ ਭਾਰੂ ਹੋ ਗਿਆ। ਇਸ ਬਲਦੀ ਵਿੱਚ ਤੇਲ ਪਾਉਣ ਲਈ ਨਾਰਦ ਨੇ ਆਪਣਾ ਡੌਰੂ ਵਜਾਇਆ। ਜਦ ਦੇਵਤਿਆਂ ਦਾ ਹੰਕਾਰ 14 ਲੋਕਾਂ ਨੂੰ ਪਾਰ ਕਰ ਗਿਆ, ਤਦ ਅਕਾਲ ਪੁਰਖ ਜੀ ਨੇ ਇਸ ਹੰਕਾਰ ਨੂੰ ਤੋੜਨ ਲਈ ਮਹਿਖਾਸੁਰ ਤੇ ਸੁੰਭ ਜਿਹੇ ਦੈਤ ਪੈਦਾ ਕੀਤੇ। ਇਹਨਾਂ ਦੈਤਾਂ ਨੇ ਪਰਮਾਤਮਾ ਵੱਲ ਬਖਸ਼ੀ ਹੋਈ ਤਾਕਤ ਨਾਲ ਦੇਵਤਿਆਂ ਨੂੰ ਜਿੱਤ ਕੇ ਧਰਤੀ, ਆਕਾਸ਼ ਅਤੇ ਪਾਤਾਲ ਉੱਤੇ ਆਪਣੇ ਸੱਤਾ ਕਾਇਮ ਕਰ ਲਈ। ਮਹਿਕਾਸੁਰ ਨੇ ਆਪਣੇ ਆਪ ਨੂੰ ਸਭ ਤੋਂ ਵੱਡਾ ਯੋਧਾ ਹੋਣ ਦਾ ਐਲਾਨ ਕਰ ਦਿੱਤਾ ਤੇ ਉਸ ਦੇ ਸਿਰ ਉੱਤੇ ਮਹਾਨ ਰਾਜਿਆਂ ਵਾਂਗ ਛੱਤਰ ਝੂਲਣ ਲੱਗੇ। ਇੰਦਰ ਨੂੰ ਸਵਰਗਾਂ ਵਿੱਚੋਂ ਬਾਹਰ ਧੱਕ ਦਿੱਤਾ ਤੇ ਉਸ ਨੇ ਮਹਾਦੇਵ ਦੇ ਨਿਵਾਸ ਕੈਲਾਸ਼ ਉੱਤੇ ਜਾ ਸ਼ਰਨ ਲਈ। ਦੈਤਾਂ ਦੇ ਡਰ ਨੇ ਇੰਦਰ ਦੇ ਦਿਲ ਵਿੱਚ ਡਰਾਉਣੀ ਘਬਰਾਹਟ ਪੈਦਾ ਕਰ ਦਿੱਤੀ। ਇਸੇ ਡਰ ਤੋਂ ਮੁਕਤੀ ਲਈ ਇੰਦਰ ਚੱਲ ਕੇ ਦੁਰਗਾ ਕੋਲ ਆਇਆ। ਦੁਰਗਾ ਇਸ਼ਨਾਨ ਸੋਧਣ ਲਈ ਆਈ ਹੋਈ ਸੀ ਕਿ ਇੰਦਰ ਨੇ ਆਪਣੇ ਨਾਲ ਬੀਤੀ ਸਾਰੀ ਵਾਰਤਾ ਖੋਲ੍ਹ ਕੇ ਦੱਸੀ। ਹੇ ਮਾਤਾ, ਸਾਡੀ ਸੱਤਾ ਬਲਵਾਨ ਦੈਤਾਂ ਨੇ ਸਾਥੋਂ ਖੋਹ ਲਈ ਹੈ ਤੇ ਤਿੰਨਾਂ ਲੋਕਾਂ ਵਿੱਚ ਆਪਣੀ ਤਾਕਤ ਦਾ ਡੰਕਾ ਵਜਾ ਦਿੱਤਾ ਹੈ। ਸਾਰੇ ਦੇਵਤਿਆਂ ਨੂੰ ਕੱਢ ਕੇ ਸਵਰਗਾਂ ਵਿੱਚ ਬੈਠ ਦੈਤ ਖੁਸ਼ੀਆਂ ਵਿੱਚ ਵਾਜੇ ਵਜਾ ਰਹੇ ਹਨ। ਮਹਿਕਾਸੁਰ ਨੂੰ ਜਿੱਤਣਾ ਕਿਸੇ ਹਾਰੀ ਸਾਰੀ ਦਾ ਕੰਮ ਨਹੀਂ। ਇਸੇ ਲਈ ਅਸੀਂ ਸਭ ਦੇਵਤੇ ਤੁਹਾਡੀ ਸ਼ਰਨ ਵਿੱਚ ਆਏ ਹਾਂ। ਇੰਦਰ ਦੇ ਵੈਣਾ ਜਿਹੇ ਬੋਲ ਸੁਣ ਕੇ ਦੁਰਗਾ
ਖਿੜਖੜਾ ਕੇ ਹੱਸਣ ਲੱਗ ਪਈ। ਉਸਨੇ ਰਾਖਸ਼ਾਂ ਦਾ ਨਾਸ਼ ਕਰਨ ਵਾਲੇ ਆਪਣੇ ਸ਼ੇਰ ਨੂੰ ਆਵਾਜ਼ ਦਿੱਤੀ ਤੇ ਦੇਵਤਿਆਂ ਨੂੰ ਕਿਹਾ ਕਿ ਉਹ ਕਿਸੇ ਤਰ੍ਹਾਂ ਦਾ ਫਿਕਰ ਨਾ ਕਰਨ। ਸ਼ੇਰ ਉੱਤੇ ਸਵਾਰ ਹੋ ਕੇ ਦੁਰਗਾ ਰੋਹ ਵਿੱਚ ਆ ਗਈ ਤੇ ਰਾਖਸ਼ਾਂ ਦੇ ਸੰਘਾਰ ਲਈ ਚਾਲਾ ਪਾ ਦਿੱਤਾ। ਉਧਰੋਂ ਦੁਰਗਾ ਦੀ ਵੰਗਾਰ ਸੁਣ ਕੇ ਜੂਝਣ ਦੇ ਚਾਉ ਤੇ ਰੋਹ ਨਾਲ ਲਬਰੇਜ ਰਾਖਸ਼ ਜੰਗ ਦੇ ਮੈਦਾਨ ਵਿੱਚ ਭੇੜ ਲਈ ਆਣ ਲੱਥੇ। ਉਹਨਾਂ ਦੀਆਂ ਤੇਗਾਂ ਤੇ ਬਰਸ਼ੀਆਂ ਦੀ ਚਮਕ ਅੱਗੇ ਸੂਰਜ ਵੀ ਫਿੱਕਾ ਪੈ ਰਿਹਾ ਸੀ। ਜੰਗੀ ਸਾਜ਼, ਢੋਲ, ਸ਼ੰਖ ਤੇ ਨਗਾਰੇ ਵੱਜਣੇ ਸ਼ੁਰੂ ਹੋ ਗਏ ਤੇ ਦੋਹਾਂ ਫੌਜਾਂ ਇੱਕ ਦੂਜੇ ਦੇ ਸਨਮੁਖ ਹੋ ਗਈਆਂ। ਤਲਵਾਰਾਂ ਤੇ ਸੰਜੂਆਂ ਜਿਹੇ ਫੌਲਾਦੀ ਵਸਤਰਾਂ ਨਾਲ ਸਜੇ ਰਾਖਸ਼ ਰੋਹ ਨਾਲ ਭਰੇ ਹੋਏ ਸਨ। ਪਿੱਠ ਉੱਤੇ ਵਾਰ ਕਰਨ ਦੀ ਉਹਨਾਂ ਨੂੰ ਕਦ ਆਦਤ ਸੀ, ਸੋ ਉਹ ਸਾਹਮਣੇ ਤੋਂ ਯੁੱਧ ਕਰਨ ਲੱਗੇ ਤੇ ਭੱਜਣ ਵਾਲੀ ਤਾਂ ਉਹਨਾਂ ਦੀ ਜਾਤ ਹੀ ਨਹੀਂ ਸੀ। ਰਣ ਤੱਤੇ ਵਿੱਚੋਂ ਇੱਕ ਪੈਰ ਵੀ ਪਿੱਛੇ ਧਰਨਾ ਉਹਨਾਂ ਦੀ ਸ਼ਾਨ ਦੇ ਖਿਲਾਫ ਸੀ। ਜੰਗੇ ਮੈਦਾਨ ਵਿੱਚ ਯੋਧੇ ਸ਼ੇਰਾਂ ਵਾਂਗ ਦਹਾੜਨ ਲੱਗੇ। ਸਤਲੁਜ ਅੱਧਾ ਪਾਰ ਕਰਕੇ ਸੁੱਖਾ ਸਿੰਘ ਨੇ ਪਠਾਨ ਨੂੰ ਲਲਕਾਰਿਆ, ਮੇਰਾ ਯਕੀਨ ਹੈ ਕਿ ਤੂੰ ਆਪਣੇ ਘਰ ਵਾਲਿਆਂ ਤੇ ਬਾਕੀ ਸਾਥੀਆਂ ਨੂੰ ਆਖਰੀ ਫਤਿਹ ਬੁਲਾ ਕੇ ਆਇਆ ਹੋਵੇਗਾ। ਜੇ ਨਹੀਂ ਬੁਲਾਈ ਤਾਂ ਹੁਣ ਬੁਲਾ ਦੇ ਇੱਥੋਂ ਹੀ, ਕਿਉਂਕਿ ਹੁਣ ਜਿਉਂਦਾ ਪਰਤ ਨੂੰ ਤਾਂ ਤੂੰ ਰਿਹਾ। ਸੁੱਖਾ ਸਿੰਘ ਦੇ ਬੋਲ ਸੁਣ ਕੇ ਪਠਾਨ ਕੰਬ ਗਿਆ। ਅਸਲ ਉਸਨੇ ਜਦ ਸੁੱਖਾ ਸਿੰਘ ਨੂੰ ਆਪਣੇ ਕਿਸੇ ਦੁਰਾਨੀ ਸਿਪਾਹੀ ਦੀ ਸੰਜੋਗ ਤੇ ਦਸਤਾਨੇ ਸਜਾ ਕੇ ਆਉਂਦੇ ਤੱਕਿਆ ਤਾਂ ਉਹ ਵਸਤਰ ਉਸਨੇ ਪਛਾਣ ਲਏ ਸਨ, ਸੋ ਥੋੜਾ ਘਾਬਰ ਤਾਂ ਉਹ ਗਿਆ ਸੀ। ਜੰਗਾਂ ਗੱਲਾਂ ਨਾਲ ਜਿੱਤੀਆਂ ਜਾਂਦੀਆਂ ਹੁੰਦੀਆਂ ਤਾਂ ਸਿਪਾਹੀਆਂ ਨੂੰ ਮੈਦਾਨ ਵਿੱਚ ਆਉਣ ਦੀ ਲੋੜ ਹੀ ਨਾ ਪੈਂਦੀ, ਪਰ ਉਸਨੇ ਆਪਣੇ ਬੋਲਾਂ ਤੋਂ ਭੋਰਾ ਵੀ ਘਬਰਾਹਟ ਜ਼ਾਹਰ ਨਹੀਂ ਹੋਣ ਦਿੱਤੀ। ਲੜਾਈ ਦੀ ਆਰੰਭਤਾ ਦਾ ਬਿਗਲ ਵੱਜਿਆ ਤੇ ਸੂਰਮਿਆਂ ਵਿੱਚ ਜੰਗ ਦਾ ਚਾਅ ਪੈਦਾ ਕਰਨ ਵਾਲੇ ਨਗਾਰਿਆਂ ਤੇ ਚੋਟ ਲੱਗੀ। ਯੋਧਿਆਂ ਦੇ ਨੇਜਿਆਂ ਤੇ ਬੱਦੀਆਂ ਝੰਡੀਆਂ ਝੂਲਣ ਲੱਗੀਆਂ ਤੇ ਦੋਹਾਂ ਧਿਰਾਂ ਦੇ ਨਿਸ਼ਾਨ ਲਿਸ਼ਕਾਂ ਮਾਰਨ ਲੱਗੇ। ਢੋਲਾਂ ਤੇ ਨਗਾਰਿਆਂ ਦੀ ਗੂੰਜ ਭਰੀ ਇਸ ਜੰਗ ਰੁੱਤ ਦੀ ਪੌਣ ਵਿੱਚ ਮਾਨੋ ਸੂਰਮੇ ਜਟਾਵਾਂ ਵਾਲੇ ਅਮਲੀਆਂ ਵਾਂਗ ਮਸਤੀ ਵਿੱਚ ਝੂਮ ਰਹੇ ਸਨ। ਜੰਗੀ ਮੈਦਾਨ ਦੇ ਇਸ ਭਿਆਨਕ ਤੇ ਡਰਾਉਣੇ ਨਾਦ ਵਿੱਚ ਦੁਰਗਾ ਅਤੇ ਦੈਂਤ ਯੁੱਧ ਲਈ ਜੁਟ ਗਏ। ਨੇਜਿਆਂ ਵਿੱਚ ਪਰੋਤੇ ਹੋਏ ਸੂਰਮਿਆਂ ਦੇ ਸਿਰ ਟਾਹਣੀਆਂ ਨਾਲ ਲੱਗੇ ਔਲਿਆਂ ਵਾਂਗ ਜਾਪ ਰਹੇ ਸਨ। ਤਲਵਾਰਾਂ ਦੇ ਫੱਟਾਂ ਨੇ ਕਈਆਂ ਦੀ ਹਾਲਤ ਉਹਨਾਂ ਬੌਰਿਆਂ ਜਿਹੀ ਕਰ ਦਿੱਤੀ ਸੀ ਜੋ ਸ਼ਰਾਬ ਦੇ ਨਸ਼ੇ ਵਿੱਚ ਧਰਤੀ ਤੇ ਲੋਟ-ਪੋਟ ਹੋ ਕੇ ਲਿਟਦੇ ਹਨ। ਕਈਆਂ ਨੂੰ ਝਾੜਾਂ ਵਿੱਚੋਂ ਇੰਜ ਲੱਭ ਕੇ ਮਾਰਿਆ ਜਾ ਰਿਹਾ ਸੀ ਜਿਵੇਂ ਨਿਆਰੀਏ ਰੇਤ ਵਿੱਚੋਂ ਸੋਨਾ ਲੱਭਦੇ ਹਨ। ਗਦਾ, ਤਰਸੂਲ ਅਤੇ ਬਰਸ਼ੀਆਂ ਤੂਫਾਨਾਂ ਦੀ ਤੇਜ਼ੀ ਨਾਲ ਚੱਲ ਰਹੀਆਂ ਸਨ। ਸ਼ਸਤਰਾਂ ਦੇ ਵਾਰ ਖਾ ਕੇ ਯੋਧੇ ਇੰਜ ਡਿੱਗ ਰਹੇ ਸਨ ਜਿਵੇਂ ਕਾਲੇ ਨਾਗਾਂ ਦੇ ਡੰਗੇ ਹੋਣ। ਰੋਹ ਪੁਰਤੇ ਵੀਰ ਮਰਦੇ ਜਾ ਰਹੇ ਸਨ ਤੇ ਇਹੀ ਉਹਨਾਂ ਨੂੰ ਆਉਂਦਾ ਸੀ। ਕ੍ਰੋਧ ਵਿੱਚ ਪ੍ਰਚੰਡ ਹੋਈ ਚੰਡੀ ਨੂੰ ਦੇਖ ਕੇ ਰਣ ਭੂਮੀ ਵਿੱਚ ਦੈਤਾਂ ਦੇ ਨਗਾਰੇ ਗੂੰਜਣ ਲੱਗੇ। ਰੋਹ ਨਾਲ ਭਰੇ ਹੋਏ ਰਾਖਸ਼ ਚੌਹਾਂ ਪਾਸਿਆਂ ਤੋਂ ਦੁਰਗਾ ਵੱਲ ਵਧੇ। ਆਪਣੇ ਹੱਥਾਂ ਵਿੱਚ ਤਲਵਾਰਾਂ ਲੈ ਕੇ ਉਹ ਰਣ ਵਿੱਚ ਕਰੜੀ ਟੱਕਰ ਦੇ ਰਹੇ ਸਨ। ਇਹੀ ਇਹਨਾਂ ਦੀ ਪਛਾਣ ਹੈ ਕਿ ਇਹ ਰਣ ਮੈਦਾਨ ਵਿੱਚ ਕਦੇ ਵੀ ਭੱਜਦੇ ਨਹੀਂ, ਦਿਲ ਵਿੱਚ ਕਚੀਚੀਆਂ ਲੈ ਕੇ ਮਾਰੋ ਮਾਰ ਦੇ ਹੋਕੇ ਦੇ ਰਹੇ ਸਨ। ਪ੍ਰਚੰਡ ਹੋਈ ਚੰਡੀ ਨੇ ਰਣ ਭੂਮੀ ਵਿੱਚ ਸੂਰਮਿਆਂ ਦੇ ਆਹੂ ਲਾ ਦਿੱਤੇ। ਮਰ ਕੇ ਡਿੱਗਦੇ ਹੋਏ ਯੋਧੇ ਇੰਜ ਪ੍ਰਤੀਤ ਹੋ ਰਹੇ ਹਨ ਜਿਵੇਂ ਅਸਮਾਨੀ ਬਿਜਲੀ ਵੱਡੇ ਵੱਡੇ ਮੁਨਾਰਿਆਂ ਨੂੰ ਸਿਰ ਭਾਰ ਧਰਤੀ ਤੇ ਡੇਗਦੀ ਹੈ। ਨਗਾਰਿਆਂ ਤੇ ਚੋਟ ਪਈ ਤੇ ਦੋਹਾਂ ਧਿਰਾਂ ਦਾ ਮੁਕਾਬਲਾ ਸ਼ੁਰੂ ਹੋਇਆ। ਦੇਵੀ ਨੇ ਹੱਥ ਫੜੀ ਲੋਹੇ ਦੀ ਫੌਲਾਦੀ ਤਲਵਾਰ ਨੂੰ ਹਵਾ ਵਿੱਚ ਘੁਮਾਇਆ। ਇਹੋ ਘੁੰਮਦੀ ਹੋਈ ਤਲਵਾਰ ਦੁਰਗਾ ਨੇ ਮਹਿਕਾਸੁਰ ਦੇ ਢਿੱਡ ਵਿੱਚ ਧਸਾ ਦਿੱਤੀ। ਗੁਰਦੇ, ਆਂਦਰਾਂ ਤੇ ਪਸਲੀਆਂ ਦੀ ਖੁਰਾਕ ਖਾ ਕੇ ਤਲਵਾਰ ਮਹਿਕਾਸੁਰ ਦੇ ਢਿੱਡ ਵਿੱਚੋਂ ਬਾਹਰ ਨਿਕਲੀ। ਇਸ ਤਲਵਾਰ ਦੀ ਸ਼ੋਭਾ ਜੈਸੀ ਮੇਰੇ ਦਿਲ ਵਿੱਚ ਆਈ, ਮੈਂ ਉਹੀ ਸੁਣਾ ਰਿਹਾ ਹਾਂ। ਅਸਲ ਵਿੱਚ ਇਹ ਤਲਵਾਰ ਹੈ ਹੀ ਨਹੀਂ ਸੀ, ਇਹ ਤਾਂ ਮਾਨੋ ਬੋਦੀ ਵਾਲੇ ਤਾਰੇ ਧੂਮਕੇਤ ਦੀ ਬੋਦੀ ਸੀ। ਸ਼ੇਰਾਂ ਨੂੰ ਸਹੇ ਸਮਝਣ ਦੀ ਭੁੱਲ ਤਾਂ ਤੁਸੀਂ ਕੀਤੀ ਹੈ ਪਠਾਨ ਸਾਹਿਬ। ਹੁਣ ਕਬਰ ਤਾਂ ਤੁਹਾਡੀ ਇੱਥੋਂ ਦਰਿਆ ਵਿੱਚ ਹੀ ਬਣੇਗੀ। ਕਹਿੰਦਿਆਂ ਸੁੱਖਾ ਸਿੰਘ ਦੀ ਮਿਆਨ ਵਿੱਚੋਂ ਸਰਦ ਦੀ ਆਵਾਜ਼ ਆਈ, ਤੇ ਮੈਂ ਕਿਹੜਾ ਬੱਕਰੀਆਂ ਦੇ ਵੱਗ ਵਿੱਚੋਂ ਆਇਆ ਹਾਂ, ਬਘਿਆੜ ਹਾਂ ਅਸੀਂ ਸਾਰੇ ਦੇ ਸਾਰੇ। ਤੂੰ ਗੱਲਾਂ ਛੱਡ ਤੇ ਵਾਰ ਕਰ। ਭੇਡੂ ਹੋਣਗੇ ਜੋ ਬਘਿਆੜਾਂ ਦਾ ਭੈ ਮੰਨ ਜਾਂਦੇ ਨੇ। ਸ਼ੇਰ ਤਾਂ ਬਘਿਆੜਾਂ ਦੇ
ਝੁੱਗ ਅੱਗੋਂ ਮੜਕ ਨਾਲ ਹੀ ਲੰਘਦਾ ਹੈ। ਕਹਿੰਦਾ ਹੋਇਆ ਭਾਈ ਸੁੱਖਾ ਸਿੰਘ ਅੱਗੇ ਵਧਿਆ। ਦੇਵਤਿਆਂ ਤੇ ਦਾਨਵਾਂ ਨੇ ਮਿਆਨਾਂ ਵਿੱਚੋਂ ਤਲਵਾਰਾਂ ਧੂ ਕੇ ਕੱਢ ਲਈਆਂ। ਨਗਾਰਚੀਆਂ ਨੇ ਨਗਾਰਿਆਂ ਦੀ ਗੂੰਜ ਪਵਾਈ ਤੇ ਯੁੱਧ ਅੱਗੇ ਵਧਿਆ। ਸੂਰਬੀਰ ਯੋਧੇ ਵਾਰੋ ਵਾਰ ਆਪਣੀਆਂ ਤਲਵਾਰਾਂ ਵਾਹ ਰਹੇ ਹਨ। ਲਹੂ ਦੀਆਂ ਵਹਿੰਦੀਆਂ ਝੁਲਾਰਾਂ ਇੰਜ ਜਾਪ ਰਹੀਆਂ ਹਨ ਜਿਵੇਂ ਪਹਾੜਾਂ ਤੋਂ ਲਾਲ ਰੰਗ ਦੇ ਝਰਨੇ ਵਹਿ ਰਹੇ ਹੋਣ। ਰਾਖਸ਼ਾਂ ਦੀਆਂ ਤੀਵੀਆਂ ਵੀ ਮਹਿਲਾਂ ਦੀਆਂ ਅਟਾਰੀਆਂ ਵਿੱਚ ਬੈਠੀਆਂ ਇਸ ਕਮਾਲ ਦੇ ਯੁੱਧ ਨੂੰ ਦੇਖ ਰਹੀਆਂ ਹਨ। ਰਣ ਭੂਮੀ ਵਿੱਚੋਂ ਦੁਰਗਾ ਤੇ ਦਾਨਵਾਂ ਦੇ ਸ਼ੇਰਾਂ ਘੋੜਿਆਂ ਤੇ ਰੱਥਾਂ ਦਾ ਸ਼ੋਰ ਕੰਨ ਪਾੜ ਰਿਹਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।